Everyone, Jitinder here. Welcome to my channel Nanak Gyan. Today we are cover topic automation in offices. ਅੱਜ ਅਸੀਂ ਗੱਲ ਕਰਾਂਗੇ automation in office. Automation in office ਦੇ ਵਿੱਚ ਕੀ ਹੈ, ਕਹਿੰਦੇ automation ਰੈਫਰ ਕਰਦਾ ਇੱਕ process which enable the office executive to put machines and other equipment in office so as to increase the efficiency of office work. ਕਹਿੰਦੇ ਅੱਜ ਦੀ ਜੇ ਅਸੀਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਅੱਜ ਦੇ ਯੁੱਗ ਵਿੱਚ ਕੀ ਹੈ, ਜਿਹੜਾ ਦਫ਼ਤਰਾਂ ਦਾ ਕੰਮ ਹੈਗਾ ਉਸ ਨੂੰ ਸਹੀ ਢੰਗ ਦੇ ਨਾਲ ਕਰਨ ਦੇ ਲਈ ਅਤੇ ਉਸ ਨੂੰ ਤੇਜ਼ ਕਰਨ ਦੇ ਲਈ ਤਾਂ ਅਸੀਂ ਮਸ਼ੀਨਾਂ ਦਾ ਅਤੇ ਹੋਰ ਕਈ ਯੰਤਰਾਂ ਨੂੰ ਯੂਜ਼ ਕਰਨ ਲੱਗ ਗਏ ਹਾਂ, ਕਿਉਂਕਿ ਇਹਨਾਂ ਦਾ ਜਿਉਂ-ਜਿਉਂ ਉਤਪਾਦਨ ਵੱਧਦਾ ਜਾਂਦਾ ਹੈਗਾ ਤਾਂ ਪ੍ਰਤੀ ਇਕਾਈ ਜਿਹੜੀ ਲਾਗਤ ਆ ਉਹ ਘੱਟਦੀ ਜਾਂਦੀ ਹੈ। ਤਾਂ ਇਸ ਕਰਕੇ ਅਸੀਂ ਆਟੋਮੇਸ਼ਨ ਹੈ ਜਿਹੜਾ ਉਹ ਕਰਮਚਾਰੀਆਂ ਦੀ ਸੰਖਿਆ ਦੇ ਵਿੱਚ ਕੀ ਕਰਦਾ ਹੈਗਾ, ਕਮੀ ਹੁੰਦੀ ਹੈ ਕਿ ਅਸੀਂ ਜਿਹੜੇ ਵਰਕਰਸ ਨੇ ਉਹ ਘੱਟ ਰੱਖਦੇ ਹਾਂਗੇ। ਠੀਕ ਹੈ, ਤਾਂ ਕਹਿੰਦੇ ਕਿ ਇਹ ਟੈਸਟ ਆਫ ਪ੍ਰੋਬਲਮ ਆਫ ਐਨ ਆਫਿਸ ਮੈਨੇਜਰ ਟੂ ਸਿਲੈਕਟ ਗੁੱਡ ਆਫਿਸ ਮਟੀਰੀਅਲ, ਤਾਂ ਉਹ ਆਫਿਸ ਦੇ ਲਈ ਮਟੀਰੀਅਲ ਵਧੀਆ ਚੂਜ਼ ਕਰਦੇ ਨੇ। ਹੇਅਰ ਈਵਨ ਅ ਸਿੰਗਲ ਮਸ਼ੀਨ ਕੈਨ ਪਰਫੋਰਮ ਦਾ ਵਰਕ ਆਫ ਮੈਨੀ ਪਰਸਨ, ਕਹਿੰਦੇ ਇੱਥੇ ਕੀ ਹੈ, ਇੱਕ ਮਸ਼ੀਨ ਕਈ ਬੰਦਿਆਂ ਦਾ ਕੰਮ ਕਰਦੀ ਹੈਗੀ। ਕਹਿੰਦੇ ਕੰਪਿਊਟਰਸ ਪਰਫੋਰਮ ਵਰਕ ਵਿਚ ਵਾਜ਼ ਪਰਫੋਰਮਡ ਬਾਈ ਅ ਨੰਬਰ ਆਫ ਪਰਸਨ ਪ੍ਰੀਵੀਅਸਲੀ, ਕਹਿੰਦੇ ਇਹ ਮਸ਼ੀਨ ਕੀ ਕਰਦੀ ਹੈਗੀ, ਕਾਫੀ ਮਤਲਬ ਜਿਹੜੇ ਜਿੱਥੇ ਸਾਨੂੰ ਕਈ ਲੋਕਾਂ ਦੀ ਲੋੜ ਪੈਂਦੀ ਹੈ ਤਾਂ ਉੱਥੇ ਇਹ ਇਕੱਲੀ ਮਸ਼ੀਨ ਆਪਣੇ ਕੰਮ ਨੂੰ ਪਰਫੋਰਮ ਕਰਦੀ ਹੈਗੀ। ਅਤੇ ਇਹ ਕਹਿੰਦੇ ਜਿਹੜੀ ਇਹਦੀ ਆਊਟਪੁੱਟ ਹੈਗੀ ਉਹ ਕੀ ਹੈ, ਇੰਕਰੀਜ਼ ਹੈ, ਅਤੇ ਕੋਸਟ ਕੀ ਹੈ, ਡਿਕਰੀਜ਼ ਹੈ। ਇਹਦੇ ਨਾਲ ਕੀ ਹੈ, ਸਾਨੂੰ ਸਟਾਫ ਘੱਟ ਰੱਖਣਾ ਪੈਂਦਾ ਹੈਗਾ, ਸਟਾਫ ਦੀ ਸਾਨੂੰ ਲੋੜ ਨਹੀਂ ਪੈਂਦੀ, ਉਹ ਰਿਡਿਊਸ ਕਰਤਾ ਇਹਨੇ। ਤਾਂ ਕਹਿੰਦੇ ਮਸ਼ੀਨਸ ਕੀ ਨੇ, ਇਸ ਤੋਂ ਬਿਨਾਂ ਇਹ ਪਾਰਟ ਨੇ ਅਤੇ ਪਾਰਸਲ ਆਫ ਫੈਕਟਰੀਜ਼। ਠੀਕ ਹੈ, ਤਾਂ ਇਹ ਕੀ ਕਰਦੀਆਂ ਨੇਗੀਆਂ, ਜਿਹੜੀਆਂ ਦਫ਼ਤਰ ਪ੍ਰਬੰਧਨ ਨੂੰ ਹੋਰ ਵੀ ਕੋਈ ਅਸੀਂ ਕੰਮ ਕਰਨਾ ਹੈਗਾ ਤਾਂ ਇਹ ਇਸ ਨੂੰ ਕੀ ਕਰਦੀਆਂ ਨੇਗੀਆਂ, ਮਤਲਬ ਇੱਕ ਤਰ੍ਹਾਂ ਜਿਹੜੇ ਕਰਮਚਾਰੀ ਨੇ ਉਹ ਇਕੱਲੇ ਇਹ ਨਹੀਂ ਹੈਗਾ ਵੀ ਮਤਲਬ ਇਸ ਦੇ ਵਿੱਚ ਅਸੀਂ ਇਕੱਲੀ ਕੋਈ ਮਤਲਬ ਐਵੇਂ ਹੈ ਵੀ ਵਰਕਰਸ ਜ਼ਿਆਦਾ ਰੱਖੀਏ, ਤਾਂ ਇਹ ਉਸਦੀ ਇਨਵਾਇਰਨਮੈਂਟ ਨੂੰ ਹੀ ਚੇਂਜ ਕਰ ਦਿੰਦੀ ਹੈ, ਐਟਮੋਸਫੇਅਰ ਨੂੰ, ਅਤੇ ਉਸਦੀ ਜਿਹੜੀ ਸਪੀਡ ਹੈ ਮਸ਼ੀਨਾਂ ਦੀ ਉਹ ਵੀ ਬਹੁਤ ਵਧੀਆ ਹੈ ਅਤੇ ਸਹੀ ਕੰਮ ਕੀਤਾ ਅਤੇ ਸਹੀ ਪਰਫੋਰਮੈਂਸ ਹੁੰਦੀ ਹੈ। ਕਹਿੰਦੇ ਆਟੋਮੇਸ਼ਨ ਇਜ਼ ਨਾਟ ਓਨਲੀ ਮੈਕਨੀਜ਼ਮ ਬਟ ਮਚ ਮੋਰ ਦੈਨ ਦੈਟ, ਇਟ ਇਜ਼ ਰਿਕਾਰਡਿੰਗ, ਪ੍ਰੋਸੈਸਿੰਗ ਐਂਡ ਕੰਟਰੋਲਿੰਗ ਦਾ ਇਨਫੋਰਮੇਸ਼ਨ ਆਟੋਮੈਟਿਕਲੀ ਬਾਈ ਮਕੈਨੀਕਲ ਐਂਡ ਇਲੈਕਟ੍ਰੋਨਿਕ ਮਸ਼ੀਨਸ। ਕਹਿੰਦੇ ਆਟੋਮੇਸ਼ਨ ਦਾ ਮਤਲਬ ਕੀ ਹੈ ਕਿ ਮਸ਼ੀਨਾਂ ਦੁਆਰਾ ਅਸੀਂ ਕੀ ਕਰਨਾ ਹੈ, ਮਨੁੱਖੀ ਮਜ਼ਦੂਰੀ ਦਾ ਪ੍ਰਤੀਸਥਾਪਨ ਹੈ ਜਿਹੜਾ ਉਹਨੂੰ ਰਿਪਲੇਸਮੈਂਟ ਕਰਨੀ ਹੈ, ਕਿ ਜਿਹੜੇ ਮਤਲਬ ਵਰਕਰਸ ਨੇ ਉਹ ਘੱਟ ਰੱਖਣੇ ਨੇਗੇ। ਇਸ ਦੇ ਵਿੱਚ ਹੋਰ ਕੀ ਦੱਸਿਆ, ਆਟੋਮੇਸ਼ਨ ਦੇ ਵਿੱਚ ਅਸੀਂ ਕੀ ਕਰਨਾ, ਜਿੰਨਾ ਵੀ ਮਤਲਬ ਆਫਿਸਾਂ ਦੇ ਵਿੱਚ ਕੰਮ ਕਰਨਾ ਹੈਗਾ ਤਾਂ ਉਹਨਾਂ ਦੇ ਵਿੱਚ ਕੀ ਹੈਗਾ, ਮਤਲਬ ਜਿਹੜੇ ਮਤਲਬ ਪਰਸਨਸ ਨੇ ਉਹ ਘੱਟ ਹੋਣ, ਮਸ਼ੀਨਸ ਸਾਰਾ ਕੰਮ ਕਰਨ। ਬਾਕੀ ਕਹਿੰਦੇ ਇਹ ਇਕੱਲਾ ਇਹ ਨਹੀਂ ਹੈਗਾ ਕਿ ਅਸੀਂ ਇਕੱਲਾ ਮਤਲਬ ਮਸ਼ੀਨੀਕਰਨ ਨਹੀਂ ਲੈ ਕੇ ਆਵਾਂਗੇ। ਠੀਕ ਹੈ, ਇਸ ਦਾ ਮਤਲਬ ਕੰਮ ਇਹ ਹੈ ਕਿ ਮਕੈਨੀਕਲ ਅਤੇ ਇਲੈਕਟ੍ਰੋਨੀਕਲ ਉਪਕਰਨਾਂ ਦੁਆਰਾ ਅਸੀਂ ਕੀ ਕਰ ਸਕਦੇ ਹਾਂ ਕਿ ਜਿੰਨੀ ਵੀ ਸਾਡੀ ਮਤਲਬ ਜਿਹੜੀ ਇਨਫੋਰਮੇਸ਼ਨ ਹੈ ਉਸ ਨੂੰ ਰਿਕਾਰਡ ਕਰਕੇ ਉਸ ਨੂੰ ਪ੍ਰੋਸੈਸ ਅਤੇ ਆਪਣੇ ਨਿਯੰਤਰਣ ਢੰਗ ਦੇ ਵਿੱਚ ਅਸੀਂ ਰੱਖ ਸਕਦੇ ਹਾਂਗੇ। ਇਸ ਤੋਂ ਬਿਨਾਂ ਕਹਿੰਦੇ ਜਿਹੜਾ ਆਟੋਮੇਸ਼ਨ ਹੈ ਇਹ ਇਕੱਲਾ ਇਹ ਤਰੀਕਾ ਨਹੀਂ ਹੈਗਾ, ਮੈਕੈਨਿਜ਼ਮ ਨਹੀਂ ਹੈਗਾ, ਬਟ ਮਚ ਮੋਰ ਦੈਨ ਦੈਟ। ਠੀਕ ਹੈ, ਇਸ ਦੇ ਵਿੱਚ ਕੀ ਹੈ, ਅਸੀਂ ਰਿਕਾਰਡਿੰਗ ਕਰ ਸਕਦੇ ਹਾਂ, ਪ੍ਰੋਸੈਸਿੰਗ ਕਰ ਸਕਦੇ ਹਾਂ, ਕੰਟਰੋਲ ਕਰ ਸਕਦੇ ਹਾਂ ਸਾਰੀ ਇਨਫੋਰਮੇਸ਼ਨ ਨੂੰ ਆਟੋਮੈਟਿਕਲੀ। ਕਹਿੰਦੇ ਜਿਹੜੀ ਆਟੋਮੇਸ਼ਨ ਹੈ ਇਹ ਫਰੀਕੁਐਂਟਲੀ ਯੂਜ਼ ਕੀਤੀ ਜਾਂਦੀ ਹੈ ਡਾਟੇ ਨੂੰ ਪ੍ਰੋਸੈਸ ਕਰਨ ਦੇ ਲਈ, ਰਿਪੋਰਟਸ ਨੂੰ ਤਿਆਰ ਕਰਨ ਦੇ ਲਈ ਅਤੇ ਉਸ ਦਾ ਜਿਹੜਾ ਅਕਾਊਂਟਿੰਗ ਵਰਕ ਹੈ ਉਹਨੂੰ ਕਰਨ ਦੇ ਲਈ। ਨੈਕਸਟ ਕੀ ਹੈਗਾ ਸਾਡਾ, ਡੈਫੀਨੇਸ਼ਨ ਹੈ ਸਾਡੀ। ਡੈਫੀਨੇਸ਼ਨ ਦੇ ਵਿੱਚ ਕੀ ਦੱਸਿਆ ਹੋਇਆ, ਕਹਿੰਦੇ ਦਾ ਐਂਟਾਇਰ ਫੀਲਡ ਆਫ ਇਨਵੈਸਟੀਗੇਸ਼ਨ, ਡਿਜ਼ਾਈਨ, ਡਿਵੈਲਪਮੈਂਟ, ਐਪਲੀਕੇਸ਼ਨ ਐਂਡ ਮੈਥਡਸ ਆਫ ਰੈਂਡਰਿੰਗ ਔਰ ਮੇਕਿੰਗ ਪ੍ਰੋਸੈਸ ਔਰ ਮਸ਼ੀਨ ਸੈਲਫ ਐਕਟਿੰਗ ਔਰ ਸੈਲਫ ਮੂਵਿੰਗ। ਡੈਫੀਨੇਸ਼ਨ ਦੇ ਵਿੱਚ ਕੀ ਦੱਸਿਆ, ਕਹਿੰਦੇ ਜਿਹੜਾ ਆਟੋਮੇਸ਼ਨ ਹੈਗਾ ਅਤੇ ਇਹਦਾ ਕੰਮ ਕੀ ਹੈ ਕਿ ਅਸੀਂ ਕੀ ਕਰਨਾ, ਜਾਂਚ ਪੜਤਾਲ ਕਰਨੀ ਹੈ, ਡਿਜ਼ਾਈਨ ਕਰਨਾ ਕਿਸੇ ਵੀ ਚੀਜ਼ ਦਾ, ਕੀ ਉਹਦੀ ਡਿਵੈਲਪਮੈਂਟ ਹੈ, ਕਾਹਦੇ ਵਾਸਤੇ ਉਸ ਨੂੰ ਯੂਜ਼ ਕਰਨਾ, ਕਿਹੜੇ ਅਸੀਂ ਕੰਮ ਪਰਫੋਰਮ ਕਰਵਾਉਣੇ ਨੇ ਮਸ਼ੀਨਾਂ ਤੋਂ, ਤਾਂ ਉਸ ਨੂੰ ਕੀ ਬੋਲਦੇ ਹਾਂ ਅਸੀਂ, ਆਟੋਮੇਸ਼ਨ ਬੋਲਦੇ ਹਾਂ। ਅੱਗੇ ਆ ਗਿਆ ਜੀ ਨੀਡ ਐਂਡ ਇੰਪੋਰਟੈਂਸ, ਕਿ ਇਹਦੀ ਨੀਡ ਕੀ ਹੈ, ਸਾਨੂੰ ਜ਼ਰੂਰਤ ਕੀ ਹੈਗੀ, ਅਸੀਂ ਇਸ ਨੂੰ ਕਾਹਦੇ ਵਾਸਤੇ ਯੂਜ਼ ਕਰਦੇ ਹਾਂਗੇ। ਨੀਡ ਕੀ ਹੈਗੀ ਇਸ ਦੀ, ਕਿ ਮੋਰ ਆਊਟਪੁੱਟ, ਕਿ ਵਧੀਆ ਅਸੀਂ ਆਊਟਪੁੱਟ ਲੈਣ ਦੇ ਲਈ ਇਸ ਨੂੰ ਯੂਜ਼ ਕਰਦੇ ਹਾਂਗੇ। ਠੀਕ ਹੈ ਜੀ, ਰਿਡਕਸ਼ਨ ਇਨ ਕੋਸਟ, ਸਾਡਾ ਪੈਸਾ ਘੱਟ ਲੱਗਦਾ ਕਿ ਉਹ ਸਾਨੂੰ ਸਟਾਫ ਘੱਟ ਰੱਖਣਾ ਪੈਂਦਾ ਅਤੇ ਸਾਨੂੰ ਮਸ਼ੀਨਸ ਤੋਂ ਅਸੀਂ ਕੰਮ ਲੈ ਲੈਂਦੇ ਹਾਂ ਤਾਂ ਇਸ ਦੀ ਜਿਹੜੀ ਕੋਸਟ ਹੈ ਉਹ ਰਿਡਕਟ ਹੁੰਦੀ ਹੈ। ਸਪੀਡੀ ਪਰਫੋਰਮੈਂਸ, ਤਾਂ ਤੁਹਾਨੂੰ ਵੀ ਪਤਾ ਹੈ ਜਿਹੜਾ ਪਰਸਨ ਹੈ ਉਹ ਹੌਲੀ ਕੰਮ ਕਰ ਰਿਹਾ, ਟਾਈਮ ਲੈਂਦਾ, ਸਲੋਲੀ ਕਰਦਾ, ਬਟ ਇਹਨੇ ਕੀ ਕਰਨਾ, ਜਿੰਨਾ ਵੀ ਲੋਡ ਆਫ ਵਰਕ ਹੈ ਉਹਨੂੰ ਕੀ ਕਰੂਗਾ, ਵਧੀਆ ਸਪੀਡ ਦੇ ਨਾਲ ਕੰਮ ਨੂੰ ਕਰਦਾ ਹੈਗਾ। ਇੰਕਰੀਜ਼ਡ ਗੁੱਡਵਿਲ, ਇਸ ਦੇ ਨਾਲ ਸਾਡੀ ਕੀ ਹੋਈ ਹੈ, ਜਿਹੜੀ ਗੁੱਡਵਿਲ ਹੈ ਉਹ ਇੰਕਰੀਜ਼ ਹੋਈ ਹੈ। ਕਹਿੰਦੇ ਆਟੋਮੇਸ਼ਨ ਦੇ ਵਿੱਚ ਕੀ ਹੈ, ਆਫਿਸ ਐਡ ਟੂ prestige and treated as a status symbol. It increased goodwill of the firm and reputation in the eyes of general public. ਇਹਨੇ ਕੀ ਕੀਤਾ, ਸਾਡੀ ਇੰਕਰੀਜ਼ ਕੀਤੀ ਹੈ ਜਿਹੜੀ ਗੁੱਡਵਿਲ ਹੈਗੀ। ਐਕੂਰੇਸੀ ਕੀ ਹੈ, ਸਹੀ ਹੈ, ਇਸ ਦੇ ਵਿੱਚ ਕੋਈ ਵੀ ਐਰਰਸ ਨਹੀਂ ਹੁੰਦੀਆਂ, ਠੀਕ ਹੁੰਦਾ ਸਾਰਾ।
ਐਫੀਸ਼ੀਐਂਟ ਇਨਫੋਰਮੇਸ਼ਨ ਸਿਸਟਮ। ਅਤੇ ਇਹ ਕਹਿੰਦੇ ਜਿਹੜਾ ਇਨਫੋਰਮੇਸ਼ਨ ਸਿਸਟਮ ਹੈ, ਲੋਟ ਆਫ ਇਨਫੋਰਮੇਸ਼ਨ ਜਿੰਨੀ ਵੀ ਸਾਨੂੰ ਜ਼ਰੂਰਤ ਹੈ ਕੰਟਰੋਲ ਕਰਨ ਦੇ ਲਈ, ਓਪਰੇਸ਼ਨਸ ਨੂੰ, ਡਿਸੀਜ਼ਨ ਲੈਣ ਦੇ ਲਈ, ਉਹ ਸਾਨੂੰ ਸਾਰੀ ਪ੍ਰੋਵਾਈਡਸ ਹੁੰਦੀ ਹੈਗੀ। ਨੈਕਸਟ ਆ ਗਿਆ ਜੀ ਓਬਜੈਕਟਿਵ ਆਫ ਆਟੋਮੇਸ਼ਨ। ਆਟੋਮੇਸ਼ਨ ਦਾ ਗੋਲ ਕੀ ਆ, ਓਬਜੈਕਟਿਵਸ ਕੀ ਨੇਗੇ। ਓਬਜੈਕਟਿਵਸ ਕੀ ਨੇ, ਸਾਡਾ ਜਿਹੜਾ ਟਾਈਮ ਹੈ ਉਹ ਸੇਵ ਹੁੰਦਾ ਹੈਗਾ ਸਪੀਡ ਕਰਕੇ। ਟੂ ਇੰਕਰੀਜ਼ ਐਫੀਸ਼ੀਐਂਸੀ ਆਫ ਆਫਿਸ ਸਟਾਫ, ਕਹਿੰਦੇ ਇਸ ਨੇ ਕੀ ਕੀਤਾ, ਜਿਹੜੇ ਮਤਲਬ ਸਾਡੇ ਵਰਕਰਸ ਨੇ ਉਹਨਾਂ ਦੀ ਕੰਮ ਕਰਨ ਦੀ ਸਪੀਡ ਦੇ ਵਿੱਚ ਵਾਧਾ ਲਿਆਂਦਾ ਹੈਗਾ। ਨੈਕਸਟ ਕੀ ਹੈ, ਟੂ ਇੰਕਰੀਜ਼ ਅਕੂਰੇਸੀ ਇਨ ਆਫਿਸ ਵਰਕ, ਜਿੰਨੇ ਵੀ ਆਫਿਸ ਦੇ ਕੰਮ ਨੇਗੇ ਉਹ ਸਾਰੇ ਕੀ ਹੋਣਗੇ, ਸਹੀ ਹੋਣਗੇ, ਕੋਈ ਗਲਤੀ ਨਹੀਂ ਹੋਊਗੀ। ਟੂ ਰਿਡਿਊਸ ਐਨੀ ਚਾਂਸ ਆਫ ਫਰੋਡ ਇਨ ਆਫਿਸ, ਕਿ ਆਫਿਸ ਇਹਨੇ ਕੀ ਕੀਤਾ ਹੈਗਾ ਕਿ ਜਿਸ ਤਰ੍ਹਾਂ ਵੀ ਧੋਖੇ ਦੇ ਕੋਈ ਕੰਮ ਨੇਗੇ, ਧੋਖਾਧੜੀ ਦੇ, ਉਹ ਸਾਰਿਆਂ ਨੂੰ ਦੂਰ ਕੀਤਾ ਹੈਗਾ। ਟੂ ਸੈੱਟ ਸਮ ਸਟੈਂਡਰਡਸ ਇਨ ਆਫਿਸ ਵਰਕ, ਤਾਂ ਇਹਨਾਂ ਨੇ ਆਪਣੇ ਕੰਮ ਦੇ ਲਈ ਕਈ ਕੀ ਕੀਤੇ ਨੇਗੇ, ਜਿਹੜੇ ਮਤਲਬ ਰੂਲ ਰੈਗੂਲੇਸ਼ਨਸ ਬਣਾਈਆਂ ਨੇਗੀਆਂ। ਟੂ ਸੇਵ ਕਲੈਰੀਕਲ ਕੋਸਟ ਐਂਡ ਹੈਂਸ ਕੰਟਰੀਬਿਊਟਿਵ ਟੂ ਪ੍ਰੋਫਿਟਸ, ਇਹਨਾਂ ਨੇ ਕੀ ਕੀਤਾ ਗਿਆ, ਖਰਚੇ ਨੇ ਜਿਹੜੇ ਦਫ਼ਤਰਾਂ ਦੇ ਜਿੰਨੇ ਵੀ ਖਰਚੇ ਹੁੰਦੇ ਨੇ ਉਸ ਦੇ ਵਿੱਚ ਕਮੀ ਕੀਤੀ ਹੈ, ਅਤੇ ਇਸ ਨੇ ਮਤਲਬ ਸਾਡੇ ਪ੍ਰੋਫਿਟ ਨੂੰ ਕੀ ਕੀਤਾ, ਵਧਾਇਆ ਹੈਗਾ। ਟੂ ਰਿਡਿਊਸ ਦਾ ਰਿਪੀਟੇਸ਼ਨ ਆਫ ਵਰਕ, ਜਿਹੜਾ ਸਾਨੂੰ ਕੰਮ ਨੂੰ ਵਾਰ-ਵਾਰ ਰਿਪੀਟ ਕਰਨਾ ਪੈਂਦਾ ਸੀ ਉਸਨੂੰ ਖ਼ਤਮ ਕੀਤਾ ਹੈਗਾ। ਨੈਕਸਟ ਆ ਗਿਆ ਸਕੋਪ ਆਫ ਆਟੋਮੇਸ਼ਨ। ਤੁਸੀਂ ਸਮਝ ਗਏ ਹੋ ਕਿ ਸਕੋਪ ਕੀ ਹੈ, ਕਾਹਦੇ ਵਾਸਤੇ ਇਹਨੂੰ ਯੂਜ਼ ਕਰਦੇ ਹੋ। ਸਾਡੀ ਜਿਹੜੀ ਕੋਸਟ ਹੈ ਉਹ ਘੱਟ ਲੱਗੇ, ਹਿਊਮਨ ਦੀ ਜਿਹੜੀ ਇੰਟਰਵੈਂਸ਼ਨ ਹੈ ਉਹ ਘੱਟ ਹੋਵੇ, ਅਤੇ ਅਸੀਂ ਡਾਟੇ ਨੂੰ ਵਧੀਆ ਤਰੀਕੇ ਦੇ ਨਾਲ ਸੋਰਟ ਕਰ ਸਕੀਏ, ਰਿਕਾਰਡ ਕਰ ਸਕੀਏ, ਠੀਕ ਹੈ ਜੀ, ਪ੍ਰਿੰਟ ਇਨਫੋਰਮੇਸ਼ਨ ਲੈ ਸਕੀਏ। ਤਾਂ ਉਹ ਸਾਰੇ ਕੰਮਾਂ ਦੇ ਲਈ ਅਸੀਂ ਆਟੋਮੇਸ਼ਨ ਨੂੰ ਕੀ ਕਰਦੇ ਹਾਂ, ਯੂਜ਼ ਕਰਦੇ ਹਾਂ। ਤਾਂ ਉਹ ਕੀ ਹੈ, ਸਾਡਾ ਸਕੋਪ ਹੈਗਾ। ਨੈਕਸਟ ਆ ਗਿਆ ਜੀ ਸਾਡੀ ਪ੍ਰੀਪੇਅਰਿੰਗ ਫੋਰ ਆਟੋਮੇਸ਼ਨ। ਠੀਕ ਹੈ ਜੀ, ਪ੍ਰੀਪੇਅਰਿੰਗ ਫੋਰ ਆਟੋਮੇਸ਼ਨ ਕੀ ਹੈ ਕਿ ਇਸ ਦੀ ਅਸੀਂ ਤਿਆਰੀ ਕਿਵੇਂ ਕਰਦੇ ਹਾਂ। ਸਭ ਤੋਂ ਪਹਿਲਾ ਪੁਆਇੰਟਸ ਆ ਜਾਂਦਾ ਸਾਡਾ ਫਿਲੋਸਫੀ ਆਫ ਮੈਨੇਜਮੈਂਟ। ਫਿਲੋਸਫੀ ਆਫ ਮੈਨੇਜਮੈਂਟ ਦੇ ਵਿੱਚ ਕੀ ਹੈ ਕਿ ਜਿਹੜੀ ਸਾਡੀ ਮੈਨੇਜਮੈਂਟ ਹੈ ਉਹਨਾਂ ਦੀ ਕੀ ਸੋਚ ਹੈ, ਥਿੰਕਿੰਗ ਕੀ ਹੈਗੀ, ਤਾਂ ਉਸਨੂੰ ਅਸੀਂ ਕੀ ਬੋਲਦੇ ਹਾਂ, ਫਿਲੋਸਫੀ ਆਫ ਮੈਨੇਜਮੈਂਟ, ਕਿ ਉਹਨਾਂ ਦੀ ਥਿੰਕਿੰਗ ਕੀ ਹੈਗੀ। ਕਹਿੰਦੇ ਥਿੰਕਿੰਗ ਆਫ ਮੈਨੇਜਮੈਂਟ ਹੈ ਜਿਹੜੀ ਉਹ ਪਲੇ ਕਰਦੀ ਹੈ ਇੱਕ ਇੰਪੋਰਟੈਂਟ ਰੋਲ ਇਨ ਆਟੋਮੇਸ਼ਨ। ਕਹਿੰਦੇ ਆਟੋਮੇਸ਼ਨ ਦੇ ਵਿੱਚ ਜਿਹੜੀ ਥਿੰਕਿੰਗ ਹੈ ਇੱਕ ਉਹ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਮੈਨੇਜਮੈਂਟ 'ਤੇ। ਕਹਿੰਦੇ ਇਫ ਮੈਨੇਜਮੈਂਟ ਥਿੰਕਸ ਦੈਟ ਆਟੋਮੇਸ਼ਨ ਸ਼ੈਲ ਇਨਸ਼ੋਰ ਐਡਵਾਂਟੇਜ ਐਂਡ ਹੈਲਪ ਦਾ ਔਰਗੇਨਾਈਜੇਸ਼ਨ ਦੈਨ ਵਨ ਸ਼ੁੱਡ ਗੋ ਫੋਰ ਆਟੋਮੇਸ਼ਨਸ। ਕਹਿੰਦੇ ਜਿਵੇਂ ਅਸੀਂ ਕੀ ਕਰਦੇ ਆਂਗੇ, ਜਿਹੜੇ ਮਤਲਬ ਸਾਡੇ ਮੈਨੇਜਰ ਨੇ ਉਹ ਜੋ ਸੋਚਦੇ ਨੇ ਕਿ ਸਾਨੂੰ ਕੀ ਹੈ ਕਿ ਲਾਭ ਵੱਧ ਤੋਂ ਵੱਧ ਹੋਵੇ, ਪ੍ਰੋਫਿਟ ਹੋਵੇ ਸਾਨੂੰ, ਅਤੇ ਜਿਹੜੇ ਮਤਲਬ ਜਿੰਨੇ ਵੀ ਅਸੀਂ ਕੋਈ ਚੀਜ਼ਾਂ ਯੂਜ਼ ਕਰ ਰਹੇ ਆਂਗੇ ਜਾਂ ਸਾਡੇ ਜਿੰਨੇ ਵੀ ਵਰਕਰਸ ਕੰਮ ਕਰ ਰਹੇ ਨੇਗੇ ਤਾਂ ਉਹ ਸਾਡੀਆਂ ਗੱਲਾਂ ਨੂੰ ਮੰਨਣ। ਨੈਕਸਟ ਆ ਗਿਆ ਫਿਊਚਰ ਵਰਕ ਲੋਡ। ਫਿਊਚਰ ਵਰਕ ਲੋਡ ਕੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ, ਭਵਿੱਖ ਦੇ ਵਿੱਚ ਤਾਂ ਸਾਡੇ ਕੰਮ ਦੇ ਵਿੱਚ ਕਿਵੇਂ ਮਤਲਬ ਕੀ ਵਰਕ ਦਾ ਲੋਡ ਹੈ ਜਾਂ ਕੀ ਮਤਲਬ ਕੰਮ ਦਾ ਬਰਡਨ ਆਉਣ ਵਾਲਾ ਹੈ। ਕਹਿੰਦੇ ਇੰਕਰੀਜ਼ ਕੀਤਾ ਇਹਨੇ ਲੋਡ ਆਫ ਵਰਕ ਇਨ ਫਿਊਚਰ ਕੈਨ ਬੀ ਹੈਂਡਲਡ ਈਜ਼ੀਲੀ, ਕਿ ਕਿਸ ਤਰ੍ਹਾਂ ਅਸੀਂ ਉਸ ਲੋਡ ਨੂੰ ਈਜ਼ੀਲੀ ਹੈਂਡਲ ਕਰ ਲਾਂਗੇ। ਤਾਂ ਸਾਨੂੰ ਕੀ ਹੈ ਕਿ ਐਕਸਟਰਾ ਕਰਮਚਾਰੀ ਰੱਖਣ ਦੀ ਲੋੜ ਨਹੀਂ ਹੈਗੀ, ਕਿ ਸਾਨੂੰ ਵਰਕਰ ਨਹੀਂ ਰੱਖਣੇ ਅਸੀਂ ਐਕਸਟਰਾ। ਨੇਚਰ ਆਫ ਵਰਕ, ਜਿਹੜਾ ਸਾਡਾ ਕੰਮ ਕਰਨ ਦੀ ਨੇਚਰ ਹੈ ਉਹ ਕੀ ਹੋਏਗੀ। ਫਸਟ ਐਂਡ ਫੋਰਮੋਸਟ ਫੈਕਟਰ ਟੂ ਬੀ ਕੰਸੀਡਰਡ ਇਜ਼ ਦਾ ਨੇਚਰ ਆਫ ਵਰਕ ਟੂ ਬੀ ਆਟੋਮੇਟਡ, ਕਿ ਜਿੰਨਾ ਵੀ ਜਿਹੜਾ ਸਾਡਾ ਕੰਮ ਕੀਤਾ ਜਾਊਗਾ ਸਭ ਤੋਂ ਪਹਿਲਾਂ ਇਹ ਜਾਂਚਿਆ ਜਾਂਦਾ ਹੈਗਾ ਕਿ ਕਿਸ ਕੰਮ ਨੂੰ ਅਸੀਂ ਮਤਲਬ ਕਿਹੜੀ ਮਸ਼ੀਨ ਲਗਾਉਣੀ ਹੈ, ਕਿਸ ਤੋਂ ਕੰਮ ਕਰਾਉਣਾ ਹੈ, ਡੇਲੀ ਅਸੀਂ ਕਿਵੇਂ ਮਤਲਬ ਬਿੱਲ ਵਗੈਰਾ ਤਿਆਰ ਕਰਨੇ ਨੇ, ਕੀ ਸੈਲਰੀ ਦੇਣੀ ਹੈ, ਕੀ ਉਹਦਾ ਅਕਾਊਂਟੈਂਟ ਕਰਨਾ ਹੈ, ਅਤੇ ਕਿੰਨੀ ਸਾਨੂੰ ਕੰਪਿਊਟਰਸ ਦੀ ਲੋੜ ਹੈਗੀ। ਤਾਂ ਉਹ ਅਸੀਂ ਦੇਖਾਂਗੇ ਅਸੀਂ ਨੇਚਰ ਆਫ ਵਰਕ ਦੇ ਵਿੱਚ। ਨੈਕਸਟ ਆ ਗਿਆ ਪਲੈਨਿੰਗ ਦਾ ਆਟੋਮੇਸ਼ਨ। ਪਲੈਨਿੰਗ ਦਾ ਆਟੋਮੇਸ਼ਨ ਦੇ ਵਿੱਚ ਕੀ ਹੈਗਾ ਕਿ ਅਸੀਂ ਕੀ ਪਲੈਨਿੰਗ ਕਰਨੀ ਹੈ। ਪਲੈਨਿੰਗ ਦਾ ਆਟੋਮੇਸ਼ਨ ਦੇ ਵਿੱਚ ਕੀ ਹੈ ਕਿ ਅਸੀਂ ਕੀ ਪਲਾਨ ਕਰਕੇ ਚੱਲ ਰਹੇ ਹਾਂ, ਕਿ ਕਿਸ ਤਰ੍ਹਾਂ ਮਤਲਬ ਕਿਹੜੀ ਚੀਜ਼ ਨੂੰ ਅਸੀਂ ਇੰਟਰੋਡਿਊਸ ਕਰਵਾਉਣਾ ਹੈਗਾ। ਤਾਂ ਪਲੈਨਿੰਗ ਕਿਵੇਂ ਕਰ ਸਕਦੇ ਹੋ ਤੁਸੀਂ। ਪਲੈਨਿੰਗ ਦੇ ਵਿੱਚ ਕੀ ਦੱਸਿਆ, ਕਹਿੰਦੇ ਆਟੋਮੇਸ਼ਨ ਮਸਟ ਬੀ ਪਲੈਨਡ ਬਿਫੋਰ ਇਟ ਇਜ਼ ਇੰਟਰੋਡਿਊਸ। ਸਭ ਤੋਂ ਪਹਿਲਾਂ ਆਟੋਮੇਸ਼ਨ ਨੂੰ ਕੀ ਹੈਗੀ ਕਿ ਅਸੀਂ ਮਸਟ ਬੀ ਪਲੈਨਡ, ਸਾਨੂੰ ਪਹਿਲਾਂ ਸਭ ਤੋਂ ਪਲੈਨਿੰਗ ਜ਼ਰੂਰੀ ਹੈ ਕੋਈ ਵੀ ਕੰਮ ਇੰਟਰੋਡਿਊਸ ਕਰਨ ਤੋਂ ਪਹਿਲਾਂ, ਕਿ ਕਿਹੜੇ ਅਸੀਂ ਮਤਲਬ ਇਕੁਆਇਪਮੈਂਟ ਯੂਜ਼ ਕਰ ਰਹੇ ਹਾਂ, ਕੀ ਸਾਨੂੰ ਜ਼ਰੂਰਤ ਹੈ ਕਿਹੜੀਆਂ ਚੀਜ਼ਾਂ ਦੀ, ਕਿੰਨੇ ਪਰਸਨ ਰੱਖਣ ਦੀ ਲੋੜ ਹੈ, ਕਿਹੜੀ ਚੀਜ਼ ਦੀ ਅਸੀਂ ਰਿਪੇਅਰ ਕਰਵਾਉਣੀ ਹੈ, ਕਿਹੜੀਆਂ ਮਸ਼ੀਨਸ ਰੱਖਣੀਆਂ ਨੇ। ਨੈਕਸਟ ਆ ਗਿਆ ਅਵੇਲੇਬਿਲਿਟੀ ਆਫ ਐਕਸਪਰਟਸ, ਤਾਂ ਸਾਨੂੰ ਕਿੰਨੇ ਐਕਸਪਰਟਸ ਦੀ ਜ਼ਰੂਰਤ ਹੈਗੀ ਉਹ ਦੇਖਾਂਗੇ। ਨੈਕਸਟ ਆ ਗਿਆ ਯੂਜ਼ ਆਫ ਮੈਥੇਮੈਟੀਕਲ ਟੈਕਨੀਕਸ ਇਨ ਡਿਸੀਜ਼ਨ ਮੇਕਿੰਗ, ਸਾਨੂੰ ਡਿਸੀਜ਼ਨ ਮੇਕਿੰਗ ਵਾਸਤੇ ਕਿੰਨੀ ਇੱਕ ਮੈਥੇਮੈਟੀਕਲ ਟੈਕਨੀਕਸ ਦੀ ਜ਼ਰੂਰਤ ਪਊਗੀ, ਉਸ ਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ ਹੈ। ਨੈਕਸਟ ਆ ਗਿਆ ਜੀ ਸਾਡੇ ਫੈਕਟਰਸ ਇਨਫਲੂਇੰਸਿੰਗ ਚੁਆਇਸ ਆਫ ਆਫਿਸ ਮਸ਼ੀਨਸ, ਤਾਂ ਕਿਹੜੇ ਫੈਕਟਰਸ ਨੇਗੇ। ਠੀਕ ਹੈ ਜੀ, ਆਫਿਸ ਮਸ਼ੀਨ ਵਾਸਤੇ ਸਭ ਤੋਂ ਪਹਿਲਾਂ ਤਾਂ ਮੈਟਰ ਹੀ ਕਰਦਾ ਕੋਸਟ। ਕੋਈ ਵੀ ਤੁਸੀਂ ਚੀਜ਼ ਖਰੀਦਦੇ ਹੋ, ਮਸ਼ੀਨ ਖਰੀਦਦੇ ਹੋਗੇ, ਤਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਫੈਕਟਰ ਕੀ ਹੈਗਾ, ਕੋਸਟ ਹੈਗਾ। ਠੀਕ ਹੈ, ਕਿ ਉਹ ਕਿੱਦਾਂ ਦੇ ਬੈਨੀਫਿਟ ਦੇ ਕੇ ਉਸ ਮਸ਼ੀਨ ਨੂੰ ਪਰਚੇਜ਼ ਕਰਦਾ ਹੈ ਅਤੇ ਇੰਸਟੋਲੇਸ਼ਨ ਕਰਵਾਉਂਦਾ ਹੈਗਾ ਉਹਦੀ, ਤਾਂ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖਣੀਆਂ ਪੈਂਦੀਆਂ। ਤਾਂ ਪ੍ਰਾਈਸ ਮੈਟਰ ਕਰਦਾ ਹੈ। ਡਿਊਰੇਬਿਲਿਟੀ ਦੇ ਵਿੱਚ ਕੀ ਹੈ ਕਿ ਕੋਈ ਵੀ ਮਸ਼ੀਨ ਹੈ ਜਾਂ ਕੁਛ ਵੀ ਹੈਗੀ ਤਾਂ ਮੈਨੇਜਮੈਂਟ ਪ੍ਰੈਫਰ ਕਰੂਗੀ ਕਿ ਬਾਏ ਦੂਸ ਮਸ਼ੀਨ ਵਿਚ ਆਰ ਸਟਰੋਂਗ
ਉਹ ਵਾਲੀਆਂ ਚੀਜ਼ਾਂ ਖਰੀਦੇ ਜਿਹੜੀਆਂ ਕਿ ਸਟਰੋਂਗ ਨੇਗੀਆਂ ਅਤੇ ਹੈਵ ਲੋਂਗਰ ਲਾਈਫ, ਜਿਨ੍ਹਾਂ ਦੀ ਲਾਈਫ ਟਾਈਮ ਤੱਕ ਚੱਲਣ ਵਾਲੀਆਂ ਨੇ। ਕਹਿੰਦੇ ਦੇ ਡੂ ਨੋਟ ਲਾਈਕ ਟੂ ਇਨਵੈਸਟ ਇਨ ਮਸ਼ੀਨਸ ਹੂ ਡਿਊਰੇਬਿਲਟੀ ਇਜ਼ ਲੈਸਰ। ਉੱਦਾਂ ਦੀਆਂ ਮਸ਼ੀਨਾਂ ਨਹੀਂ ਉਹ ਰੱਖਣਾ ਚਾਹੁੰਗੇ ਕਿ ਜਿਨ੍ਹਾਂ ਨੂੰ ਸਾਨੂੰ ਮਤਲਬ ਜਿਨ੍ਹਾਂ ਦੀ ਡਿਊਰੇਸ਼ਨ ਕੀ ਆ ਬਹੁਤ ਘੱਟ ਹੈਗਾ, ਕਿ ਚੱਲਣ ਦਾ ਟਾਈਮ ਬਹੁਤ ਘੱਟ ਹੈ। ਨੈਕਸਟ ਆ ਗਿਆ ਯੂਜ਼ਫੁਲਨੈਸ। ਜਿੰਨੀਆਂ ਵੀ ਅਸੀਂ ਮਸ਼ੀਨਾਂ ਖਰੀਦਾਂਗੇ ਤਾਂ ਉਹ ਸਾਡੇ ਯੂਜ਼ ਵਾਸਤੇ ਹੋਣੀਆਂ ਚਾਹੀਦੀਆਂ ਨੇਗੀਆਂ, ਸਾਡੇ ਕੰਮ ਆਉਣ ਉਹ ਵਧੀਆ, ਤਾਂ ਅਸੀਂ ਉਸ ਮਸ਼ੀਨਸ ਦੀਆਂ ਚੁਆਇਸ ਕਰਾਂਗੇ। ਨੈਕਸਟ ਆ ਗਿਆ ਸਟੈਂਡਰਡਸ। ਹਰੇਕ ਚੀਜ਼ ਦੇ ਸਟੈਂਡਰਡ ਹੁੰਦਾ, ਤਾਂ ਅਸੀਂ ਹਮੇਸ਼ਾ ਇਹੀ ਸੋਚਦੇ ਹਾਂ ਕਿ ਜਿਹੜੀ ਵੀ ਮਸ਼ੀਨ ਅਸੀਂ ਪਰਚੇਜ਼ ਕਰਨੀ ਹੈ ਤਾਂ ਉਹ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਹੈਗੀ, ਤਾਂ ਜਿਹੜੀਆਂ ਕਿ ਲੰਬੇ ਟਾਈਮ ਤੱਕ ਚੱਲ ਸਕਣ, ਜਿਹੜੀਆਂ ਕਿ ਸਾਡੇ ਪੈਸੇ ਲੱਗੇ ਨੂੰ ਪ੍ਰੂਵ ਕਰ ਸਕਣ ਕਿ ਹਾਂ ਅਸੀਂ ਮਤਲਬ ਇੱਥੇ ਕੁਛ ਇਨਵੈਸਟਮੈਂਟ ਕੀਤੀ ਹੈ। ਪੋਰਟੇਬਿਲਿਟੀ ਦਾ ਮਤਲਬ ਕੀ ਹੈ ਕਿ ਸਾਡੇ ਯੋਗ ਹੈ, ਸਾਡਾ ਟਾਈਮ ਵੀ ਬਚੇ, ਸਾਡੀ ਐਨਰਜੀ ਵੀ ਬਚੇ, ਅਤੇ ਸਾਡੇ ਜਿਹੜੇ ਕੰਮ ਨੇ ਉਹ ਵਧੀਆ ਤਰੀਕੇ ਦੇ ਨਾਲ ਕਰੇ, ਤਾਂ ਉਸਨੂੰ ਕੀ ਬੋਲਦੇ ਹਾਂ ਅਸੀਂ ਪੋਰਟੇਬਿਲਿਟੀ ਕਹਿੰਦੇ ਹਾਂ। ਨੈਕਸਟ ਆ ਗਿਆ ਅਡੈਪਟੇਬਿਲਿਟੀ ਐਂਡ ਮਲਟੀਪਲ ਯੂਜ਼। ਅਡੈਪਟੇਬਿਲਿਟੀ ਦਾ ਮਤਲਬ ਕੀ ਹੈ ਕਿ ਸਾਡੇ ਆਫਿਸ ਦੇ ਸਿਸਟਮ ਨੂੰ ਅਡੋਪਟ ਕਰ ਸਕੇ। ਕਹਿੰਦੇ ਇਟ ਸ਼ੁੱਡ ਬੀ ਕੈਪੇਬਲ ਆਫ ਹੈਂਡਲਿੰਗ ਮੈਨੀ ਟਾਸਕ ਐਟ ਅ ਟਾਈਮ। ਇੱਕ ਟਾਈਮ ਦੇ ਉੱਤੇ ਹੀ ਬਹੁਤ ਸਾਰੇ ਕੰਮ ਨੂੰ ਹੈਂਡਲ ਕਰ ਸਕੇ। ਠੀਕ ਹੈ ਜੀ। ਨੈਕਸਟ ਆ ਗਿਆ ਸਪਲਾਇਰ ਰੈਪੂਟੇਸ਼ਨ। ਕਹਿੰਦੇ ਜਿਹੜਾ ਫਰਮਸ ਨੇਗੀਆਂ ਪ੍ਰੈਫਰ ਟੂ ਪਰਚੇਜ਼ ਦਾ ਮਕੈਨੀਕਲ ਇਕੁਇਪਮੈਂਟ ਫਰੋਮ ਦਾ ਮੈਨੂਫੈਕਚਰ ਔਰ ਡੀਲਰਸ। ਕਹਿੰਦੇ ਡੀਲਰਸ ਤੋਂ ਉਹਨਾਂ ਨੇ ਖਰੀਦਣਾ ਤਾਂ ਉਹ ਵਧੀਆ ਰੈਪੂਟੇਟਡ ਬ੍ਰਾਂਡ ਲੈਂਦੇ ਨੇ ਕਿ ਜੋ ਸਾਡੇ ਕੰਮ ਆ ਸਕੇ, ਕਿ ਅਸੀਂ ਕਿੱਦਾਂ ਦੀਆਂ ਮਸ਼ੀਨਾਂ ਪਰਚੇਜ਼ ਕਰਨੀਆਂ ਨੇਗੀਆਂ। ਨੈਕਸਟ ਆ ਗਿਆ ਜੀ ਸਾਡਾ ਫਲੈਕਸੀਬਿਲਿਟੀ। ਫਲੈਕਸੀਬਿਲਿਟੀ ਦਾ ਮਤਲਬ ਹੁੰਦਾ ਕਿ ਕੋਈ ਵੀ ਮਸ਼ੀਨ ਹੈ ਤਾਂ ਉਹ ਸਾਡੇ ਕਿਸ ਤਰ੍ਹਾਂ ਯੋਗ ਹੈ। ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਕਿ ਪ੍ਰੈਜ਼ੈਂਟ ਆਫਿਸ ਪ੍ਰੈਕਟਿਸ ਦੇਖਦੇ ਹਾਂ ਕਿ ਉਹ ਸਾਡੇ ਫੇਵਰ ਦੇ ਵਿੱਚ ਹੈਗੀਆਂ ਨੇ ਮਸ਼ੀਨਸ ਕਿ ਨਹੀਂ ਹੈਗੀਆਂ, ਤਾਂ ਅਸੀਂ ਫਿਰ ਦੇਖਾਂਗੇ ਕਿ ਉਹ ਸਾਡੇ ਮਲਟੀਪਲ ਪਰਪਸ ਵਾਸਤੇ ਸਾਡੇ ਯੋਗ ਹੈਗੀਆਂ ਨੇ। ਦੇਅਰ ਇਜ਼ ਨੋ ਫੰਡ ਟੂ ਬਲੋਕ ਦਾ ਕੈਪੀਟਲ ਇਨ ਅ ਹਾਈਲੀ ਸਪੈਸ਼ਲਾਈਜ਼ਡ ਮਸ਼ੀਨ ਅਨਲੈਸ ਦੇਅਰ ਇਜ਼ ਇਨਫ ਕੁਆਂਟਮ ਆਫ ਵਰਕ। ਕਿ ਅਸੀਂ ਜਿੰਨਾ ਵੀ ਉਹਨਾਂ ਤੋਂ ਕੰਮ ਪਰਫੋਰਮ ਕਰਨਾ ਹੈ ਤਾਂ ਜਿਹੜੀ ਸਾਡੇ ਪੈਸੇ ਉਸ 'ਚ ਇਨਵੈਸਟ ਕੀਤੇ ਨੇ ਉਹ ਵਧੀਆ ਤਰੀਕੇ ਦੇ ਨਾਲ ਕੰਮ ਕਰਨ। ਨੈਕਸਟ ਆ ਗਿਆ ਸਟਾਈਲਿੰਗ। ਤਾਂ ਅੱਜ ਕੱਲ੍ਹ ਦਾ ਮੋਡਰਨ ਜਿਹੜਾ ਟਾਈਮ ਹੈ, ਜਿਹੜੀਆਂ ਅਸੀਂ ਮਸ਼ੀਨ ਪਰਚੇਜ਼ ਕਰਨੀਆਂ ਨੇ ਉਸ ਦੇ ਵਿੱਚ ਅਸੀਂ ਦੇਖਣਾ ਕਿ ਉਹ ਕਿਸ ਤਰ੍ਹਾਂ ਦੇ ਸਟਾਈਲ ਦੇ ਅਕੋਰਡਿੰਗ ਕੰਮ ਕਰਦੀਆਂ ਨੇਗੀਆਂ। ਨੈਕਸਟ ਆ ਗਿਆ ਈਜ਼ ਆਫ ਓਪਰੇਸ਼ਨ। ਤਾਂ ਕੋਈ ਵੀ ਕੰਮ ਜਿਹੜਾ ਉਸਨੇ ਪਰਫੋਰਮ ਕਰਨਾ ਹੈਗਾ ਉਹ ਫਾਸਟ ਓਪਰੇਸ਼ਨ ਪਰਫੋਰਮ ਹੋਣ, ਅਤੇ ਜਿਹੜੇ ਮਤਲਬ ਉਸਦੇ ਵਿੱਚ ਐਰਰਸ ਨੇ ਉਹ ਘੱਟ ਹੋਣੀਆਂ ਚਾਹੀਦੀਆਂ ਨੇ। ਨੈਕਸਟ ਆ ਗਿਆ ਸਰਵਿਸਿਜ਼ ਐਂਡ ਵਾਰੰਟੀ। ਕਿ ਜਿਹੜੀ ਸਾਨੂੰ ਉਹ ਸਰਵਿਸ ਪ੍ਰੋਵਾਈਡ ਕਰਦਾ ਹੈ ਤਾਂ ਉਹ ਗਰੰਟੀ ਪੀਰੀਅਡ ਦੇ ਵਿੱਚ ਕੀ ਹੈ ਕਿ ਉਹਦੀ ਸਰਵਿਸ ਪ੍ਰੋਵਾਈਡ ਕਰਨੀਆਂ ਨੇ ਵਧੀਆ ਤਰੀਕੇ ਦੇ ਨਾਲ। ਤਾਂ ਮੈਨੇਜਮੈਂਟ ਯੂਜ਼ਲੀ ਵਾਂਟਸ ਟੂ ਇਨਸ਼ੋਰ ਲੌਂਗ ਲਾਈਫ ਆਫ ਮਸ਼ੀਨ ਥਰੂ ਕੰਟੀਨਿਊਸ ਰਿਪੇਅਰਸ ਐਂਡ ਸਰਵਿਸਿਜ਼। ਕਿ ਜਿੰਨੀਆਂ ਵੀ ਅਸੀਂ ਰਿਪੇਅਰਸ ਜਾਂ ਸਰਵਿਸਿਜ਼ ਕਰਵਾਉਂਦੇ ਹਾਂ ਤਾਂ ਉਹ ਵਧੀਆ ਤਰੀਕੇ ਦੇ ਨਾਲ ਕੰਮ ਕਰਦੀ ਰਹੇ। ਨੈਕਸਟ ਆ ਗਿਆ ਜੀ ਸਾਡਾ ਐਡਵਾਂਟੇਜਿਸ ਆਫ ਆਫਿਸ ਮੈਕੈਨਿਜ਼ਮ। ਕਿ ਸਾਨੂੰ ਇਸ ਦੀਆਂ ਕੀ ਫਾਇਦੇ ਨੇਗੇ, ਐਡਵਾਂਟੇਜਿਸ ਕੀ ਨੇਗੀਆਂ। ਸਭ ਤੋਂ ਕੀ ਹੈ ਕਿ ਕੋਈ ਵੀ ਜੋ ਸਾਡੀ ਮਸ਼ੀਨਸ ਨੇਗੀਆਂ ਤਾਂ ਉਹਦੀ ਜਿਹੜੀ ਸਪੀਡ ਕੀ ਹੈ ਗ੍ਰੇਟਰ ਸਪੀਡ ਹੋਣੀ ਚਾਹੀਦੀ ਹੈ। ਸਾਡੀ ਜਿਹੜੀ ਐਫੀਸ਼ੀਐਂਸੀ ਹੈ ਉਹ ਵੱਧਦੀ ਹੈਗੀ। ਨੈਕਸਟ ਕੀ ਹੈ ਇੰਪਰੂਵਡ ਕੁਆਲਿਟੀ ਇੰਪਰੂਵ ਹੁੰਦੀ ਹੈ। ਰਿਡਿਊਸ ਫਿਜ਼ੀਕਲ ਲੇਬਰ। ਸਾਡੇ ਜਿਹੜੇ ਫਿਜ਼ੀਕਲ ਪਰਸਨ ਵੱਧ ਰੱਖਦੇ ਆ, ਹਿਊਮਨ ਰੱਖਦੇ ਆ, ਉਹ ਰੱਖਣ ਦੀ ਲੋੜ ਨਹੀਂ, ਘੱਟ ਲੋੜ ਪੈਂਦੀ ਹੈ। ਬ੍ਰਿੰਗਸ ਯੂਨੀਫੋਰਮਿਟੀ। ਕਹਿੰਦੇ ਆਫਿਸ ਵਰਕ ਨੂੰ ਅਸੀਂ ਪਰਫੋਰਮ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਮਸ਼ੀਨਸ ਦੇ ਨਾਲ ਕੰਮ ਕਰਵਾ ਸਕਦੇ ਹਾਂ, ਜਿਸ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਦਾ ਆਫਿਸ ਰਿਕਾਰਡ ਬਿਕਮ ਯੂਨੀਫਾਰਮ। ਸਟੈਂਡਰਡਾਈਜ਼ ਲੈਟਰਸ, ਪਰਫੋਰਮਾ, ਸਟੇਟਮੈਂਟਸ, ਇੱਦਾਂ ਦੀਆਂ ਚੀਜ਼ਾਂ ਨੂੰ ਉਹ ਰੱਖ ਸਕਦੇ ਨੇਗੇ। ਬੈਟਰ ਕੰਟਰੋਲ ਕਰ ਸਕਦੇ ਹਾਂ। ਗ੍ਰੇਟਰ ਐਕੂਰੇਸੀ ਹੈ ਕਿ ਉਹਦੇ ਵਿੱਚ ਜਿੰਨਾ ਵੀ ਕੰਮ ਹੋਊਗਾ ਸਹੀ ਹੋਊਗਾ। ਪੈਸਾ ਘੱਟ ਲੱਗਦਾ, ਰਿਡਿਊਸ ਹੁੰਦੀ ਹੈ ਸਾਡੀ ਕੋਸਟ। ਨੈਕਸਟ ਕੀ ਹੈ ਸਾਡੇ ਜਿਹੜੇ ਗਲਤੀਆਂ ਦੇ ਚਾਂਸ ਨੇ ਉਹ ਘੱਟ ਹੁੰਦੇ ਨੇ। ਰਿਡਿਊਸ ਚਾਂਸਿਸ ਆਫ ਫਰੋਡ। ਧੋਖਾਧੜੀ ਦੇ ਜਿਹੜੇ ਚਾਂਸ ਨੇ ਉਹ ਬਹੁਤ ਘੱਟ ਹੋਣਗੇ। ਫੈਸਿਲੀਟੇਟਸ ਕੰਟਰੋਲਸ। ਤਾਂ ਜਿੰਨੇ ਵੀ ਸਾਡੇ ਤਰੀਕੇ ਨੇ ਆਟੋਮੇਸ਼ਨ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ ਫੈਸਿਲਿਟੀ ਪ੍ਰੋਵਾਈਡ ਕਰਦੇ। ਨੈਕਸਟ ਕੀ ਹੈ ਫੈਸਿਲਿਟੀ ਸਟੈਂਡਰਡਾਈਜ਼। ਕਿ ਸਾਨੂੰ ਵਧੀਆ ਸਟੈਂਡਰਡਾਈਜ਼ ਤਰੀਕੇ ਦੇ ਨਾਲ ਅਸੀਂ ਕਿਸੇ ਵੀ ਪ੍ਰੋਬਲਮ ਨੂੰ ਮੈਥਡਸ ਨੂੰ ਪਰਫੋਰਮ ਕਰਾਂਗੇ। ਲੈਸ ਟੈਕਸ ਔਨ ਪ੍ਰੋਫਿਟ। ਸਾਡੇ ਪ੍ਰੋਫਿਟ ਦੇ ਉੱਤੇ ਟੈਕਸ ਘੱਟ ਲੱਗਣਗੇ। ਇਕੋਨਮੀ ਇਨ ਓਪਰੇਸ਼ਨਸ। ਸਾਡੀ ਜਿਹੜੀ ਕੋਸਟ ਹੈਗੀ ਉਹ ਘੱਟ ਲੱਗੇ ਅਤੇ ਸਾਨੂੰ ਆਪਣੇ ਪੈਸੇ ਦੇ ਵਿੱਚ ਵਾਧਾ ਹੋਵੇ। ਰਿਲੀਵਸ ਮੋਨੋਟੋਨੀ ਐਂਡ ਬੋਰਡਮ। ਇਹਦੇ ਵਿੱਚ ਕੀ ਹੈ ਕਿ ਰਿਪੀਟ ਹੋ ਰਿਹਾ ਜੋ ਵੀ ਕੰਮ ਰਿਕਰਿੰਗ ਕਰ ਰਹੇ ਹਾਂ ਆਪਾਂ। ਕਾਈਂਡ ਆਫ ਵਰਕ ਕੈਨ ਬੀ ਮੈਕੈਨਿਜ਼ਮ ਟੂ ਰਿਡਿਊਸ ਬੋਰਡਮ ਐਂਡ ਮੋਨੋਟੋਨੀ ਆਫ ਇੰਪਲੋਇਜ਼। ਕਹਿੰਦੇ ਇਹ ਸਾਡੀ ਹੈਲਪ ਕਰਦਾ ਕਿ ਅਸੀਂ ਜਿਹੜੀ ਮਤਲਬ ਇੰਪਲੋਏ ਰੱਖਣੇ ਨੇ ਉਹ ਬਹੁਤ ਘੱਟ ਰੱਖੀਏ ਇਹਨਾਂ ਦੇ ਵਿੱਚ। ਅੱਗੇ ਆ ਗਿਆ ਡਿਸਐਡਵਾਂਟੇਜ ਆਫ ਆਫਿਸ ਮੈਕੈਨਿਜ਼ਮਸ। ਕਹਿੰਦੇ ਜਿਹੜੇ ਆਫਿਸ ਮੈਕੈਨਿਜ਼ਮ ਨੇਗੇ ਉਹਦੇ ਸਾਨੂੰ ਕੀ ਮਤਲਬ ਨੁਕਸਾਨ ਨੇ, ਡਿਸਐਡਵਾਂਟੇਜ ਕੀ ਨੇ। ਸਭ ਤੋਂ ਪਹਿਲਾਂ ਕੀ ਹੈਗਾ ਹਾਈ ਕੋਸਟ ਓਪਰੇਟਿੰਗ। ਤਾਂ ਜਿਹੜੀ ਕੋਸਟ ਹੁੰਦੀ ਹੈਗੀ ਉਹ ਜ਼ਿਆਦਾ ਹੁੰਦੀ ਹੈ, ਹਾਈ ਕੋਸਟ ਹੈਗੀ। ਸੈਕਿੰਡ ਸਾਨੂੰ ਕੀ ਹੈ ਪ੍ਰੋਬਲਮ ਇਨ ਟ੍ਰੇਨਿੰਗ।
ਪ੍ਰੋਬਲਮ ਇਨ ਟ੍ਰੇਨਿੰਗ ਦੀ ਪ੍ਰੋਬਲਮ ਆ ਜਾਂਦੀ ਹੈਗੀ ਕਿ ਜੋ ਅਸੀਂ ਉਹਨਾਂ ਨੂੰ ਸਿੱਖਿਆ ਦੇਣੀ ਹੈਗੀ, ਕੰਮ ਸਿਖਾਉਣਾ ਹੈਗਾ, ਉਹ ਸਿਖਾਉਣਾ ਬਹੁਤ ਔਖਾ ਹੈ। ਇੰਕਰੀਜ਼ ਕੋਸਟ, ਇਹਦੇ ਨਾਲ ਸਾਡਾ ਪੈਸਾ ਕੀ ਹੈਗਾ, ਵੱਧ ਲੱਗਦਾ ਹੈਗਾ। ਟ੍ਰੇਨਿੰਗ ਟੂ ਸਟਾਫ ਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ। ਨੈਕਸਟ ਆ ਗਿਆ ਲੈਸ ਫਲੈਕਸੀਬਿਲਿਟੀ, ਤਾਂ ਇਹ ਘੱਟ ਮਤਲਬ ਯੋਗ ਹੈ ਸਾਡੇ। ਰਿਸਕ ਹੋ ਸਕਦੇ ਨੇ ਸਾਨੂੰ ਓਬਸੋਲੇਸਨੈਂਸ ਦੇ। ਇਹਦੇ ਵਿੱਚ ਕੀ ਐਡਵਾਂਸ ਟੈਕਨੋਲੋਜੀ ਹੈ, ਓਲਡ ਮਸ਼ੀਨ ਨੇ ਜਿਹੜੀਆਂ ਕਿ ਆਊਟ ਆਫ ਡੇਟ ਵਗੈਰਾ ਹੋ ਸਕਦੀਆਂ ਨੇਗੀਆਂ, ਤਾਂ ਇਸ ਦੇ ਵਿੱਚ ਕੀ ਹੈ ਸਾਨੂੰ ਮਤਲਬ ਕੀ ਹੈ, ਇਸ ਹੈ ਕੰਮ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਘੱਟ ਹੋ ਸਕਦੀ ਹੈਗੀ। ਅਤੇ ਨੈਕਸਟ ਕੀ ਹੈਗਾ ਸਾਡਾ ਰੈਸਿਸਟੈਂਸ ਫਰੋਮ ਇੰਪਲੋਇਜ਼ ਦੇ ਵਿੱਚ ਕੀ ਹੈ, ਜਿੰਨੇ ਵੀ ਮਤਲਬ ਲੋਕ ਨੇਗੇ ਫਿਰ ਉਹ ਇਸ ਦਾ ਵਿਰੋਧ ਕਰਨਗੇ। ਫਿਜ਼ੀਕਲ ਹੈਜ਼ਰਡਸ, ਠੀਕ ਹੈ ਜੀ, ਤਾਂ ਇਹਦੇ ਵਿੱਚ ਕੀ ਹੈ ਕਿ ਸਾਨੂੰ ਕਾਫੀ ਸਾਰਾ ਮਸ਼ੀਨਾਂ ਦੁਆਰਾ ਕੀ ਹੋ ਸਕਦਾ, ਕੋਈ ਦੁਰਘਟਨਾਵਾਂ ਕੁਛ ਵੀ ਵਾਪਰ ਸਕਦਾ ਹੈ, ਨੁਕਸਾਨ ਹੋ ਸਕਦਾ ਹੈਗਾ ਇਹਦੇ ਨਾਲ, ਕੋਈ ਐਕਸੀਡੈਂਟ ਹੋ ਸਕਦਾ ਹੈ, ਕੋਈ ਨੋਇਜ਼ ਪੈਦਾ ਹੋ ਸਕਦੀ ਹੈ, ਕੁਛ ਵੀ ਹੋ ਸਕਦਾ ਹੈ। ਕਿਲਸ ਕ੍ਰੀਏਟਿਵਿਟੀ ਦਾ ਮਤਲਬ ਕੀ ਹੈ ਕਿ ਮਤਲਬ ਅਸੀਂ ਜੋ ਸਾਡੀ ਮਤਲਬ ਆਪਾਂ ਕਹਿੰਦੇ ਹਾਂ ਕਿ ਇਹ ਬੰਦੇ ਨੇ ਕੰਮ ਕਰਨਾ, ਪਹਿਲ ਦੀ ਭਾਵਨਾ ਹੈਗੀ ਉਹ ਖ਼ਤਮ ਹੋ ਜਾਂਦੀ ਹੈ ਸਾਡੇ ਵਿੱਚ। ਨੈਕਸਟ ਹੈਗਾ ਬ੍ਰੇਕਡਾਊਨ ਕੋਜ਼ ਇੰਟਰਪਟੇਸ਼ਨਸ, ਤਾਂ ਇੰਟਰਪਟ ਕੀ ਹੈ ਕਿ ਕੋਈ ਵੀ ਐਰਰਸ ਵਗੈਰਾ ਗਲਤੀ ਵਗੈਰਾ ਆ ਸਕਦੀਆਂ ਨੇਗੀਆਂ। ਨੈਕਸਟ ਕੀ ਹੈ ਸਾਡਾ ਹਾਈ ਕੈਪੀਟਲ ਇਨਵੈਸਟਮੈਂਟ, ਅਤੇ ਸਾਨੂੰ ਜਿਹੜਾ ਪੈਸਾ ਹੈਗਾ ਉਹ ਕੀ ਜ਼ਿਆਦਾ ਇਨਵੈਸਟ ਕਰਨਾ ਪੈਂਦਾ ਹੈ ਇਸ ਦੇ ਵਿੱਚ, ਤਾਂ ਇਸ ਦੇ ਨਾਲ ਕੀ ਹੈ ਹਿਊ ਕੈਪੀਟਲ ਇਨਵੈਸਟਮੈਂਟ। ਨੈਕਸਟ ਹੈਗੇ ਇਫੈਕਟਸ ਆਫ ਆਟੋਮੇਸ਼ਨਸ ਦੇ ਇਫੈਕਟਸ ਕੀ ਨੇਗੇ। ਸਭ ਤੋਂ ਪਹਿਲਾਂ ਕੀ ਹੈ ਕਿ ਆਟੋਮੇਸ਼ਨ ਕੀ ਹੈ ਬੈਸਟ ਸਿਊਟਡ ਹੈ ਫॉर ਦੂਸ ਇਕੋਨਮਿਕਸ ਵੇਅਰ ਦੇਅਰ ਇਜ਼ ਫੁੱਲ ਇੰਪਲੋਇਮੈਂਟ, ਕਹਿੰਦੇ ਜਿੱਥੇ ਫੁੱਲ ਇੰਪਲੋਇਮੈਂਟ ਹੈ ਉੱਥੇ ਦਾ ਮਤਲਬ ਇਹ ਚੀਜ਼ ਕੀ ਹੈ ਕਿ ਬਹੁਤ ਵਧੀਆ ਹੈਗੀ। ਅਤੇ ਉਸ ਤੋਂ ਬਾਅਦ ਕੀ ਹੈ ਕਹਿੰਦੇ ਉਹਨਾਂ ਦੇਸ਼ਾਂ ਦੇ ਲਈ ਤਾਂ ਇਹ ਬਹੁਤ ਵਧੀਆ ਹੈਗੀ ਜਿੱਥੇ ਮਤਲਬ ਕੀ ਹੈ ਕਿ ਬੇਰੁਜ਼ਗਾਰੀ ਵਗੈਰਾ ਨਹੀਂ ਹੈਗੀ, ਉਹਨਾਂ ਕੰਟਰੀਆਂ ਦੇ ਲਈ ਤਾਂ ਇਹ ਬਹੁਤ ਵਧੀਆ ਹੈਗੀ। ਪਰ ਜਿੱਥੇ ਕੀ ਹੈ ਕਿ ਮੈਨ ਪਾਵਰ ਦੀ ਕਮੀ ਕਾਰਨ ਕੀ ਹੈ ਸਵੈਚਾਲਨ ਹੋ ਰਿਹਾ ਹੈਗਾ। ਪਰ ਕਹਿੰਦੇ ਮਤਲਬ ਜਿਵੇਂ ਆਪਾਂ ਆਪਣੇ ਦੇਸ਼ ਦੀ ਹੋਈ ਗੱਲ ਕਰਦੇ ਹਾਂ ਕਿ ਕਾਫੀ ਵਿਕਾਸ ਹੋ ਰਿਹਾ, ਤਾਂ ਉੱਥੇ ਬੇਰੁਜ਼ਗਾਰੀ ਹੈ ਜਿਹੜੀ ਉਹ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਢੁਕਵਾਂ ਸ਼ਬਦ ਹੈ ਜਾਂ ਕੁਛ ਵੀ ਹੈ ਵੀ ਆਪਾਂ ਜ਼ਿਆਦਾ ਮੰਨ ਕੇ ਚੱਲੀਏ। ਤਾਂ ਇਸ ਦੇ ਵਿੱਚ ਕੀ ਹੈ ਆਟੋਮੇਸ਼ਨ ਹੈ ਜਿਹੜੀ, ਜਿਵੇਂ ਕਿ ਆਪਣੇ ਗੌਰਮੈਂਟ ਆਫਿਸ ਨੇ ਲਾਈਕ ਜਿਵੇਂ ਕੋਈ ਰੇਲਵੇ ਹੈ, ਪੋਸਟ ਆਫਿਸ ਨੇ, ਟੈਕਸ ਵਿਭਾਗ ਨੇ, ਬੈਂਕ ਨੇ, ਇਹਨਾਂ ਸਾਰੀਆਂ ਕੰਪਨੀਆਂ ਵਗੈਰਾ ਦੇ ਵਿੱਚ ਤਾਂ ਹੁਣ ਆਪਾਂ ਨੂੰ ਕੰਪਿਊਟਰਾਈਜ਼ ਜਾਂ ਕੋਈ ਵੀ ਮਸ਼ੀਨਾਂ ਯੂਜ਼ ਕਰਨੀਆਂ ਹੀ ਪੈਂਦੀਆਂ ਨੇਗੀਆਂ। ਤਾਂ ਇਹਨਾਂ ਦੇ ਜਿਹੜੇ ਪ੍ਰਭਾਵ ਨੇ ਉਹ ਕਿਹਦੇ ਉੱਤੇ ਪੈਂਦੇ ਨੇਗੇ, ਜਿਵੇਂ ਅਨਇੰਪਲੋਇਮੈਂਟ ਹੈਗੀ, ਠੀਕ ਹੈ, ਉੱਥੇ ਹੈਗਾ ਚੇਂਜ ਇਨ ਔਰਗੇਨਾਈਜੇਸ਼ਨਲ ਸਟਰਕਚਰ, ਜਿੱਥੇ ਅਸੀਂ ਕੀ ਕਰਦੇ ਆਂਗੇ ਕਿ ਕੋਈ ਸਟਰਕਚਰ ਨੂੰ ਚੇਂਜ ਕਰ ਦਿੰਦੇ ਹਾਂ ਉੱਥੇ ਬਹੁਤ ਫਰਕ ਪੈਂਦਾ ਹੈਗਾ, ਇਫੈਕਟ ਪੈਂਦਾ ਆਟੋਮੇਸ਼ਨ ਦਾ। ਹਿਊਗ ਇਨਵੈਸਟਮੈਂਟ, ਸਾਨੂੰ ਕੀ ਹੈ ਜ਼ਿਆਦਾ ਪੈਸਾ ਇਨਵੈਸਟ ਕਰਨਾ ਪੈਂਦਾ ਹੈਗਾ, ਨਿਵੇਸ਼ ਜ਼ਿਆਦਾ ਕਰਨਾ ਪਊਗਾ, ਠੀਕ ਹੈ ਜੀ। ਅਨਸੂਟੇਬਲ ਫॉर ਸਮਾਲ ਫਰਮਸ, ਜਿਹੜੇ ਛੋਟੇ ਕੰਮ ਨੇ ਉਹਨਾਂ ਦੇ ਵਾਸਤੇ ਇੰਨੀ ਸੂਟੇਬਲ ਨਹੀਂ ਹੈਗੀ, ਵਧੀਆ ਨਹੀਂ ਹੈਗੀ।